विद्यार्थियों, आप सबका स्वागत है। आई एम संदीप कौर, इंग्लिश मिस्ट्रेस फ्रॉम गवर्नमेंट मिडिल स्कूल किशनपुरा, डिस्ट्रिक्ट अमृतसर। डियर स्टूडेंट्स, ਅੱਜ ਅਸੀਂ ਸਮਾਜਿਕ ਸਿੱਖਿਆ ਦਾ ਇੱਕ ਬਹੁਤ ਹੀ ਇੰਟਰਸਟਿੰਗ ਅਤੇ ਇੰਪੋਰਟੈਂਟ ਟੌਪਿਕ ਕਰਾਂਗੇ। ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪ ਸਭ ਨੂੰ ਇੱਕ ਪ੍ਰਸ਼ਨ ਪੁੱਛਣਾ ਚਾਹਾਂਗੀ। ਸੋ ਬੀ ਅਟੈਂਟਿਵ। ਮੇਰਾ ਪ੍ਰਸ਼ਨ ਹੈ 15 ਅਗਸਤ 1947 ਨੂੰ ਕੀ ਹੋਇਆ ਸੀ? 15 ਅਗਸਤ 1947 ਨੂੰ ਕੀ ਹੋਇਆ ਸੀ? ਹਾਂਜੀ, ਮੈਨੂੰ ਪਤਾ ਹੈ ਤੁਹਾਨੂੰ ਇਸ ਦਾ ਜਵਾਬ ਆਉਂਦਾ ਹੈ। ਤੁਸੀਂ ਸਾਰੇ ਹੀ ਜਾਣਦੇ ਹੋ ਅਤੇ ਤੁਹਾਡਾ ਜਵਾਬ ਠੀਕ ਹੈ। ਸਾਡਾ ਦੇਸ਼ ਆਜ਼ਾਦ ਹੋਇਆ ਸੀ। ਹਾਂਜੀ ਬੇਟਾ, 15 ਅਗਸਤ 1947 ਨੂੰ ਅੰਗਰੇਜ਼ ਭਾਰਤ ਛੱਡ ਕੇ ਚਲੇ ਗਏ ਸਨ ਅਤੇ ਸਾਨੂੰ ਆਜ਼ਾਦੀ ਪ੍ਰਾਪਤ ਹੋਈ ਸੀ। ਪਿਆਰੇ ਵਿਦਿਆਰਥੀਓ, ਇਹ ਆਜ਼ਾਦੀ ਸਾਨੂੰ ਇੱਕ ਦਿਨ, ਇੱਕ ਹਫ਼ਤੇ, ਇੱਕ ਮਹੀਨੇ ਜਾਂ ਇੱਕ ਸਾਲ ਦੇ ਸੰਘਰਸ਼ ਤੋਂ ਬਾਅਦ ਨਹੀਂ ਮਿਲੀ ਸੀ। ਇਹ ਆਜ਼ਾਦੀ ਸਾਨੂੰ 100 ਸਾਲ ਦੀ ਜਾਗਰੂਕਤਾ, ਤਪੱਸਿਆ, ਸੰਘਰਸ਼ ਅਤੇ ਬਹੁਤ ਕੁਝ ਸਹਿਣ ਤੋਂ ਬਾਅਦ ਪ੍ਰਾਪਤ ਹੋਈ ਸੀ। ਸੋ ਡੀਅਰ ਸਟੂਡੈਂਟਸ, ਅੱਜ ਦਾ ਸਾਡਾ ਟੌਪਿਕ 8ਵੀਂ ਜਮਾਤ ਦੇ ਇਤਿਹਾਸ ਦੇ ਅੰਤਰਗਤ ਆਉਂਦਾ ਹੋਇਆ ਆਜ਼ਾਦੀ ਦੀ ਪਹਿਲੀ ਲੜਾਈ ਵਜੋਂ ਜਾਣਿਆ ਜਾਣ ਵਾਲਾ ਹੈ। ਇਸ ਦਾ ਟਾਈਟਲ ਹੈ 1857 ਈਸਵੀ ਦਾ ਵਿਦਰੋਹ। ਸੋ ਅੱਜ ਅਸੀਂ ਇਸ ਵਿਦਰੋਹ ਬਾਰੇ ਵਿਸਥਾਰ ਵਿੱਚ ਜਾਣਾਂਗੇ। ਕੋਈ ਵੀ ਵਿਦਰੋਹ ਜਦੋਂ ਜਨਮ ਲੈਂਦਾ ਹੈ ਤਾਂ ਉਸ ਦੇ ਬਹੁਤ ਸਾਰੇ ਕਾਰਨ ਹੁੰਦੇ ਨੇ, ਬਹੁਤ ਸਾਰੇ ਉਸ ਦੇ ਨਤੀਜੇ ਵੀ ਨਿਕਲਦੇ ਨੇ। ਸੋ ਅੱਜ ਅਸੀਂ ਵਿਸਥਾਰ ਵਿੱਚ ਜਾਣਾਂਗੇ 1857 ਈਸਵੀ ਦੇ ਵਿਦਰੋਹ ਬਾਰੇ। ਵਿਦਰੋਹ ਕਿਉਂ ਕੀਤਾ ਗਿਆ? ਵਿਦਰੋਹ ਦੇ ਕੀ ਕਾਰਨ ਸਨ? ਕਿੰਨਾ ਕਾਰਨਾਂ ਕਰਕੇ ਵਿਦਰੋਹ ਹੋਇਆ? ਵਿਦਰੋਹ ਦੇ ਕੀ ਸਿੱਟੇ ਨਿਕਲੇ, ਕੀ ਨਤੀਜੇ ਨਿਕਲੇ? ਵਿਦਰੋਹ ਕਦੋਂ ਕੀਤਾ ਗਿਆ? ਕਦੋਂ ਕੀਤਾ ਜਾਂਦਾ ਹੈ ਇਹ ਵਿਦਰੋਹ? ਅਸੀਂ ਇਸ ਬਾਰੇ ਵੀ ਵਿਸਤਾਰ 'ਚ ਗੱਲ ਕਰਾਂਗੇ। ਇਸ ਨੂੰ ਸੈਨਿਕ ਵਿਦਰੋਹ ਕਿਉਂ ਕਿਹਾ ਜਾਂਦਾ ਹੈ, ਇਸ ਬਾਰੇ ਵੀ ਅਸੀਂ ਜਾਣਕਾਰੀ ਹਾਸਲ ਕਰਾਂਗੇ। ਪਿਆਰੇ ਵਿਦਿਆਰਥੀਓ, ਇੱਕ ਵਿਦਰੋਹ ਹੋਣਾ ਬਹੁਤ ਹੀ ਇੱਕ ਵੱਡੀ ਗੱਲ ਹੈ ਔਰ 1857 ਈਸਵੀ ਦਾ ਵਿਦਰੋਹ ਇਤਿਹਾਸ ਦੇ ਵਿੱਚ ਬਹੁਤ ਮਹੱਤਤਾ ਰੱਖਦਾ ਹੈ। ਇਸ ਦੀ ਮਹੱਤਤਾ ਬਾਰੇ ਜਾਣਨਾ ਸਾਡੇ ਲਈ ਬਹੁਤ ਜ਼ਰੂਰੀ ਹੈ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ, ਜਿਵੇਂ ਕਿ ਤੁਸੀਂ ਪਿਛਲੇ ਪਾਠਾਂ ਵਿੱਚ ਈਸਟ ਇੰਡੀਆ ਕੰਪਨੀ ਦੀਆਂ ਨੀਤੀਆਂ ਬਾਰੇ
ਅਧਿਐਨ ਕੀਤਾ ਹੈ। ਈਸਟ ਇੰਡੀਆ ਕੰਪਨੀ ਜਿਹੜੀ ਕਿ ਅੰਗਰੇਜ਼ਾਂ ਨੇ ਭਾਰਤ ਵਿੱਚ ਸਥਾਪਿਤ ਕੀਤੀ ਸੀ ਵਪਾਰ ਕਰਨ ਵਾਸਤੇ, ਉਸ ਬਾਰੇ ਤੁਸੀਂ ਜਾਣਕਾਰੀ ਹਾਸਲ ਕੀਤੀ ਹੈ। ਸੋ ਉਸ ਕੰਪਨੀ ਦੇ ਥਰੂ ਭਾਰਤ ਵਿੱਚ ਆਏ ਅੰਗਰੇਜ਼ ਅੱਗੇ ਕਿਵੇਂ ਕਿਵੇਂ ਲੋਕਾਂ 'ਤੇ ਰਾਜ ਕਰਨ ਲੱਗ ਪਏ, ਅਸੀਂ ਇਸ ਬਾਰੇ ਗੱਲ ਕਰਾਂਗੇ। ਜਿਹੜੀਆਂ ਨੀਤੀਆਂ ਲੋਕਾਂ ਦੇ ਹਿੱਤਾਂ ਦੇ ਵਿਰੁੱਧ ਹੁੰਦੀਆਂ ਸਨ, ਉਹਨਾਂ ਦਾ ਲੋਕ ਵਿਰੋਧ ਕਰਦੇ ਹਨ। 1857 ਈਸਵੀ ਵਿੱਚ ਇਸੇ ਤਰ੍ਹਾਂ ਦਾ ਵਿਦਰੋਹ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੁੰਦਾ ਹੈ। ਅੰਗਰੇਜ਼ਾਂ ਵਿਰੁੱਧ ਇੱਕ ਭਿਆਨਕ ਵਿਦਰੋਹ ਹੁੰਦਾ ਹੈ, ਜਿਸ ਨੂੰ ਕੁਝ ਇਤਿਹਾਸਕਾਰ ਸੈਨਿਕ ਵਿਦਰੋਹ ਕਹਿੰਦੇ ਹਨ, ਕਿਉਂਕਿ ਇਸ ਦੇ ਵਿੱਚ ਸੈਨਿਕਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਅਤੇ ਕੁਝ ਇਤਿਹਾਸਕਾਰ ਇਸ ਨੂੰ ਆਜ਼ਾਦੀ ਦੀ ਪਹਿਲੀ ਲੜਾਈ ਕਹਿੰਦੇ ਹਨ। ਸੋ ਇਹ ਸੁਤੰਤਰਤਾ ਦੀ ਪਹਿਲੀ ਲੜਾਈ ਵਜੋਂ ਵੀ ਜਾਣਿਆ ਜਾਂਦਾ ਹੈ, ਕਿਉਂਕਿ ਪਹਿਲੀ ਵਾਰ ਭਾਰਤੀ ਲੋਕਾਂ ਨੇ ਅੰਗਰੇਜ਼ਾਂ ਖਿਲਾਫ ਆਵਾਜ਼ ਉਠਾਈ ਸੀ ਅਤੇ ਉਹਨਾਂ ਦੇ ਵਿਦਰੋਹ ਵਿੱਚ ਸ਼ਾਮਿਲ ਹੋ ਕੇ ਬਹੁਤ ਵੱਡਾ ਯੋਗਦਾਨ ਦਿੱਤਾ ਸੀ। ਸੋ ਇਸ ਦੇ ਵਿੱਚ ਭਾਵੇਂ ਅੰਗਰੇਜ਼ ਇਸ ਵਿਦਰੋਹ ਨੂੰ ਦਬਾਉਣ ਲਈ ਸਫਲ ਹੋ ਗਏ ਸਨ, ਪਰੰਤੂ ਫਿਰ ਵੀ ਇਸ ਨੂੰ ਭਾਰਤ ਦੇ ਇਤਿਹਾਸ ਵਿੱਚ ਯੁੱਗ ਪਲਟਾਊ ਘਟਨਾ ਮੰਨਿਆ ਜਾਂਦਾ ਹੈ, ਕਿਉਂਕਿ ਇਸ ਵਿਦਰੋਹ ਨੇ ਆਜ਼ਾਦੀ ਸੰਘਰਸ਼ ਨੂੰ ਉਤਸ਼ਾਹਿਤ ਕੀਤਾ। ਸੈਨਿਕ ਅਫਸਰਾਂ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੰਦੇ ਹਨ। ਇਹ ਬਹੁਤ ਵੱਡੀ ਗੱਲ ਹੈ ਪਿਆਰੇ ਵਿਦਿਆਰਥੀਓ, ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਸੈਨਿਕ ਆਪਣੇ ਅਫਸਰ ਦੇ ਹੁਕਮ ਮੰਨਣ ਤੋਂ ਇਨਕਾਰ ਕਰ ਦੇਣ। ਸੋ ਇਸ ਦੀ ਮਹੱਤਤਾ ਬਹੁਤ ਜ਼ਿਆਦਾ ਹੈ। ਪਹਿਲੀ ਵਾਰ ਲੋਕਾਂ ਦੇ ਵਿੱਚ ਉਤਸ਼ਾਹ ਆਇਆ, ਭਾਰਤੀ ਲੋਕਾਂ ਦੇ ਵਿੱਚ ਇੱਕ ਉਤਸ਼ਾਹ ਆਇਆ ਕਿ ਉਹ ਅੰਗਰੇਜ਼ਾਂ ਖਿਲਾਫ ਬੋਲੇ, ਖੜੇ ਹੋਏ ਅਤੇ ਵਿਦਰੋਹ ਵਿੱਚ ਸ਼ਾਮਿਲ ਹੋਏ। ਸੋ ਇਸ ਦੇ ਵਿਦਰੋਹ ਦੇ ਬਹੁਤ ਸਾਰੇ ਕਾਰਨ ਸਨ। ਅਸੀਂ ਇਹਨਾਂ ਕਾਰਨਾਂ ਬਾਰੇ ਵਿਸਥਾਰ ਵਿੱਚ ਜਾਣਾਂਗੇ। ਸਭ ਤੋਂ ਪਹਿਲਾਂ ਰਾਜਨੀਤਿਕ ਕਾਰਨ, ਜੋ ਰਾਜਨੀਤੀ ਨਾਲ ਸੰਬੰਧ ਰੱਖਦੇ ਸਨ। ਸਮਾਜਿਕ ਕਾਰਨ, ਜੋ ਸਮਾਜ ਨਾਲ ਸੰਬੰਧ ਰੱਖਦੇ ਸਨ। ਸੈਨਿਕ ਕਾਰਨ, ਸੈਨਾ ਦਾ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ ਕਿ ਬਹੁਤ ਵੱਡਾ ਰੋਲ ਸੀ ਇਸ ਵਿੱਚ। ਧਾਰਮਿਕ ਕਾਰਨ, ਕੁਝ ਧਰਮ ਨਾਲ ਸੰਬੰਧ ਰੱਖਦੇ ਕਾਰਨ ਵੀ ਸਨ। ਆਰਥਿਕ ਕਾਰਨ, ਕੁਝ ਪੈਸੇ ਨਾਲ ਸੰਬੰਧਿਤ ਕਾਰਨ ਸਨ, ਜਿਨ੍ਹਾਂ ਕਰਕੇ ਇਹ ਵਿਦਰੋਹ ਹੋਇਆ। ਸਭ ਤੋਂ ਪਹਿਲਾਂ ਅਸੀਂ ਰਾਜਨੀਤਿਕ ਕਾਰਨਾਂ ਬਾਰੇ ਗੱਲ ਕਰਾਂਗੇ। ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰਨਾ, ਇਹ ਸਭ ਤੋਂ ਪਹਿਲਾ ਰਾਜਨੀਤਿਕ ਕਾਰਨ ਸੀ। ਕਿਉਂ ਅਤੇ ਕਿਵੇਂ ਨਾਨਾ ਸਾਹਿਬ ਜੀ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ, ਇਸ ਬਾਰੇ ਵਿਸਥਾਰ ਵਿੱਚ ਗੱਲ ਕਰਾਂਗੇ। ਦੂਸਰਾ ਕਾਰਨ, ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨਾਲ ਬੁਰਾ ਵਿਵਹਾਰ ਕਰਨਾ। ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜਿਹੜਾ ਸੀ, ਇੱਕ ਬਹੁਤ ਹੀ ਵਿਸ਼ੇਸ਼ ਰਾਜਾ ਸੀ, ਬਾਦਸ਼ਾਹ ਸੀ, ਉਸ ਨਾਲ ਵੀ ਬੁਰਾ ਵਿਵਹਾਰ। ਸੋ
ਤੀਸਰਾ ਕਾਰਨ ਸੀ ਲਾਰਡ ਡਲਹੌਜ਼ੀ ਦੁਆਰਾ ਲੈਪਸ ਦੀ ਨੀਤੀ ਅਪਣਾਉਣਾ। ਲੈਪਸ ਦੀ ਨੀਤੀ ਕੀ ਸੀ, ਇਸ ਬਾਰੇ ਵਿਸਥਾਰ 'ਚ ਗੱਲ ਕਰਾਂਗੇ। ਇਹ ਵੀ ਇੱਕ ਰਾਜਨੀਤਿਕ ਕਾਰਨ ਬਣ ਗਿਆ ਵਿਦਰੋਹ ਹੋਣ ਦਾ। ਚੌਥਾ ਕਾਰਨ ਅਵਧ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾਉਣਾ। ਅਵਧ ਇੱਕ ਬਹੁਤ ਹੀ ਖੁਸ਼ਹਾਲ ਰਾਜ ਸੀ ਔਰ ਇਸ ਨੂੰ ਅੰਗਰੇਜ਼ ਕਿਉਂ ਆਪਣੇ ਸਾਮਰਾਜ ਵਿੱਚ ਮਿਲਾਉਂਦੇ ਹਨ, ਇਹ ਵੀ ਇੱਕ ਰਾਜਨੀਤਿਕ ਕਾਰਨ ਬਣਿਆ। ਸੋ ਇਹ 4 ਰਾਜਨੀਤਿਕ ਕਾਰਨ, ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰਨਾ, ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨਾਲ ਬੁਰਾ ਵਿਵਹਾਰ, ਲਾਰਡ ਡਲਹੌਜ਼ੀ ਦੁਆਰਾ ਲੈਪਸ ਦੀ ਨੀਤੀ ਅਪਣਾਉਣਾ ਤੇ ਅਵਧ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾਉਣਾ, ਇਹਨਾਂ ਬਾਰੇ ਅਸੀਂ ਵਿਸਥਾਰ ਦੇ ਵਿੱਚ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰਨਾ। 1857 ਈਸਵੀ ਵਿੱਚ ਪੇਸ਼ਵਾ ਬਾਜੀ ਰਾਓ ਦੂਸਰੇ ਦੀ ਮੌਤ ਹੋ ਗਈ ਸੀ ਅਤੇ ਉਹਨਾਂ ਦੀ ਮੌਤ ਤੋਂ ਬਾਅਦ ਜਦ ਨਾਨਾ ਸਾਹਿਬ ਉਸਦੇ ਉੱਤਰਾਧਿਕਾਰੀ ਬਣੇ ਤਾਂ ਲਾਰਡ ਡਲਹੌਜ਼ੀ ਨੇ ਉਸਦੀ ਪੈਨਸ਼ਨ ਬੰਦ ਕਰ ਦਿੱਤੀ। ਇਸ ਕਰਕੇ ਨਾਨਾ ਸਾਹਿਬ ਅੰਗਰੇਜ਼ਾਂ ਦੇ ਵਿਰੁੱਧ ਹੋ ਗਏ। ਜਦੋਂ ਪੇਸ਼ਵਾ ਬਾਜੀ ਰਾਓ ਦੂਸਰੇ ਦੀ ਮੌਤ ਹੋ ਗਈ ਤਾਂ ਨਾਨਾ ਸਾਹਿਬ ਉੱਤਰਾਧਿਕਾਰੀ ਬਣੇ ਤਾਂ ਉਹਨਾਂ ਦਾ ਸੋਰਸ ਜਿਹੜਾ ਸੀ ਪੈਸੇ ਦਾ, ਉਹ ਪੈਨਸ਼ਨ ਸੀ, ਪਰ ਲਾਰਡ ਡਲਹੌਜ਼ੀ ਨੇ ਉਹ ਪੈਨਸ਼ਨ ਬੰਦ ਕਰ ਦਿੱਤੀ, ਜਿਸ ਕਾਰਨ ਨਾਨਾ ਸਾਹਿਬ ਜਿਹੜੇ ਸਨ ਉਹ ਅੰਗਰੇਜ਼ਾਂ ਦੇ ਵਿਰੁੱਧ ਹੋ ਗਏ ਸਨ। ਇਸ ਤੋਂ ਬਾਅਦ ਦੂਸਰਾ ਕਾਰਨ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨਾਲ ਬੁਰਾ ਵਿਵਹਾਰ ਕਰਨਾ। ਮੁਗਲ ਬਾਦਸ਼ਾਹ ਦੀ ਇੱਕ ਬਹੁਤ ਵੱਡੀ ਪਹਿਚਾਨ ਉਪਾਧੀ ਹੈ, ਪਰ ਅੰਗਰੇਜ਼ਾਂ ਨੇ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੂੰ ਇਹ ਕਹਿ ਦਿੱਤਾ ਕਿ ਉਸਦੀ ਮੌਤ ਪਿੱਛੋਂ ਲਾਲ ਕਿਲ੍ਹਾ ਉਸ 'ਤੇ ਕਬਜ਼ਾ ਕਰ ਲਿਆ ਜਾਵੇਗਾ। ਬਹਾਦਰ ਸ਼ਾਹ ਜ਼ਫਰ ਨੇ ਇਸ ਨੂੰ ਆਪਣਾ ਅਪਮਾਨ ਸਮਝਿਆ, ਬੇਇੱਜ਼ਤੀ ਸਮਝੀ ਅਤੇ ਅੰਗਰੇਜ਼ਾਂ ਦੇ ਖਿਲਾਫ ਹੋ ਗਏ। ਅੰਗਰੇਜ਼ੀ ਰਾਜ ਨੂੰ ਭਾਰਤ ਵਿੱਚੋਂ ਖਤਮ ਕਰਨ ਦਾ ਪ੍ਰਣ ਕਰ ਲਿਆ। ਸੋ ਮੁਗਲ ਬਾਦਸ਼ਾਹ ਜੋ ਭਾਰਤ 'ਤੇ ਰਾਜ ਕਰਦੇ ਸਨ, ਜਦੋਂ ਬਹਾਦਰ ਸ਼ਾਹ ਜ਼ਫਰ ਰਾਜ ਕਰ ਰਹੇ ਸਨ ਅਤੇ ਅੰਗਰੇਜ਼ਾਂ ਨੇ ਉਹਨਾਂ ਨੂੰ ਇੰਨੀ ਗੱਲ ਕਹਿ ਦਿੱਤੀ ਕਿ ਤੁਹਾਡੀ ਮੌਤ ਤੋਂ ਬਾਅਦ ਲਾਲ ਕਿਲ੍ਹੇ 'ਤੇ ਅਸੀਂ ਕਬਜ਼ਾ ਕਰ ਲਵਾਂਗੇ, ਤਾਂ ਬਹਾਦਰ ਸ਼ਾਹ ਜ਼ਫਰ ਨੂੰ ਇਹ ਆਪਣੀ ਬੇਇੱਜ਼ਤੀ, ਅਪਮਾਨ ਵੀ ਲੱਗਾ ਅਤੇ ਉਹਨਾਂ ਨੇ ਇਹ ਪ੍ਰਣ ਕਰ ਲਿਆ ਸੀ ਕਿ ਉਹ ਹੁਣ ਭਾਰਤ ਵਿੱਚੋਂ ਅੰਗਰੇਜ਼ਾਂ ਨੂੰ ਖਤਮ ਕਰਕੇ ਰਹਿਣਗੇ, ਅੰਗਰੇਜ਼ੀ ਰਾਜ ਨੂੰ ਭਾਰਤ ਵਿੱਚੋਂ ਖਤਮ ਕਰਕੇ ਰਹਿਣਗੇ। ਅਗਲਾ ਕਾਰਨ ਲਾਰਡ ਡਲਹੌਜ਼ੀ ਦੁਆਰਾ ਲੈਪਸ ਦੀ ਨੀਤੀ ਅਪਣਾਉਣਾ। ਲਾਰਡ ਡਲਹੌਜ਼ੀ ਦੀ ਲੈਪਸ ਦੀ ਨੀਤੀ ਜਿਹੜੀ ਸੀ, ਉਸ ਅਨੁਸਾਰ ਜੇਕਰ ਕਿਸੇ ਦੇਸੀ ਰਾਜ ਦਾ ਸ਼ਾਸਕ ਸੰਤਾਨਹੀਨ ਮਰ ਜਾਂਦਾ ਸੀ, ਯਾਨੀ ਕਿ ਬਿਨਾਂ ਪੁੱਤਰ ਤੋਂ ਉਹ ਮਰ ਜਾਂਦਾ ਸੀ, ਉਸਦਾ ਅੱਗੇ ਕੋਈ ਖਾਨਦਾਨ ਚਲਾਉਣ ਵਾਲਾ ਬੱਚਾ ਨਹੀਂ ਹੁੰਦਾ ਸੀ, ਤਾਂ ਉਸ ਦੁਆਰਾ ਗੋਦ ਲਏ ਗਏ ਪੁੱਤਰ ਨੂੰ ਰਾਜ ਦਾ ਉੱਤਰਾਧਿਕਾਰੀ ਨਹੀਂ ਮੰਨਿਆ ਜਾਂਦਾ ਸੀ। ਸੋ ਇਹ ਲੈਪਸ ਦੀ ਨੀਤੀ ਦੀ ਇੱਕ ਇਸ ਤਰੀਕੇ ਨਾਲ ਬਣਾਈ ਗਈ ਸੀ ਕਿ ਇਸ ਦੇ ਥਰੂ ਜਿਹੜਾ ਲਾਰਡ ਡਲਹੌਜ਼ੀ ਨੇ ਬਹੁਤ ਜ਼ਿਆਦਾ ਰਾਜ ਸੰਬਲਪੁਰ, ਝਾਂਸੀ, ਨਾਗਪੁਰ, ਉਦੈਪੁਰ, ਕਈ ਰਿਆਸਤਾਂ ਨੂੰ ਵੀ ਅੰਗਰੇਜ਼ੀ ਰਾਜ ਵਿੱਚ ਸ਼ਾਮਿਲ ਕਰ ਲਿਆ ਸੀ।
ਇਹ ਸਾਰੀ ਰਿਆਸਤਾਂ ਦੇ ਜਿਹੜੇ ਰਾਜੇ ਸਨ, ਸੰਬਲਪੁਰ, ਝਾਂਸੀ, ਨਾਗਪੁਰ, ਉਦੈਪੁਰ, ਇਹ ਸਭ ਅੰਗਰੇਜ਼ਾਂ ਤੋਂ ਬਹੁਤ ਜ਼ਿਆਦਾ ਜਿਹੜੇ ਸਨ ਡਰਦੇ ਵੀ ਸਨ ਔਰ ਉਹਨਾਂ ਦੇ ਖਿਲਾਫ ਖੜੇ ਹੋ ਕੇ ਆਵਾਜ਼ ਵੀ ਉਠਾਉਣਾ ਚਾਹੁੰਦੇ ਸਨ। ਇਸ ਕਰਕੇ ਉਹਨਾਂ ਨੂੰ ਇੱਕ ਉਤਸ਼ਾਹ ਮਿਲਿਆ ਕਿ ਅਸੀਂ ਆਵਾਜ਼ ਉਠਾਈਏ ਅਤੇ ਇਸ ਤਰੀਕੇ ਨਾਲ ਤਾਂ ਅੰਗਰੇਜ਼ ਸਾਡੇ ਰਾਜ ਜਿਹੜੇ ਆਪਣੇ ਸ਼ਾਸਨ ਵਿੱਚ ਸ਼ਾਮਿਲ ਕਰੀ ਜਾਣਗੇ। ਇਸ ਕਰਕੇ ਤੁਸੀਂ ਸੁਣਿਆ ਹੀ ਹੋਏਗਾ, ਝਾਂਸੀ ਵਾਲੀ ਰਾਣੀ ਖੂਬ ਲੜੀ ਵੋ ਮਰਦਾਨੀ, ਔਰ ਕਿਵੇਂ ਉਸਨੇ ਆਪਣੇ ਪਿੱਛੇ ਆਪਣੇ ਬੱਚੇ ਨੂੰ ਵੀ ਬੰਨ੍ਹਿਆ ਹੋਇਆ ਸੀ। ਸੋ ਇਹ ਨੀਤੀ ਕਿ ਗੋਦ ਲਏ ਪੁੱਤਰ ਨੂੰ ਉੱਤਰਾਧਿਕਾਰੀ ਨਹੀਂ ਮੰਨਿਆ ਜਾਏਗਾ, ਭਾਰਤੀਆਂ ਨੂੰ ਇਹ ਨੀਤੀ ਮਨਜ਼ੂਰ ਨਹੀਂ ਸੀ। ਇਸ ਕਰਕੇ ਇਹਨਾਂ ਸਾਰੀਆਂ ਰਿਆਸਤਾਂ ਦੇ ਜਿਹੜੇ ਵੀ ਰਾਜੇ ਸਨ ਉਹ ਅੰਗਰੇਜ਼ਾਂ ਦੇ ਖਿਲਾਫ ਵਿਦਰੋਹ ਵਿੱਚ ਖੜੇ ਹੋ ਗਏ। ਅਗਲਾ ਕਾਰਨ ਅਸੀਂ ਦੇਖਾਂਗੇ ਅਵਧ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾਉਣਾ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਵੀ ਗੱਲ ਕੀਤੀ ਸੀ ਕਿ ਅਵਧ ਇੱਕ ਖੁਸ਼ਹਾਲ ਰਿਆਸਤ ਸੀ। ਇਸ ਕਰਕੇ ਲਾਰਡ ਡਲਹੌਜ਼ੀ ਨੇ ਅਵਧ ਵਿੱਚ ਭੈੜੇ ਸ਼ਾਸਨ ਪ੍ਰਬੰਧ ਦਾ ਦੋਸ਼ ਲਗਾ ਕੇ ਇਸ ਨੂੰ ਵਾਜਿਦ ਅਲੀ ਸ਼ਾਹ ਨੇ ਅੰਗਰੇਜ਼ਾਂ ਦੇ ਵਿਦਰੋਹ ਵਿੱਚ ਸ਼ਾਮਿਲ ਕਰ ਦਿੱਤਾ। ਸੋ ਪਿਆਰੇ ਵਿਦਿਆਰਥੀਓ, ਅਵਧ ਵਰਗਾ ਰਾਜ ਅੰਗਰੇਜ਼ਾਂ ਨੂੰ ਹਮੇਸ਼ਾ ਹੀ ਚਾਹੀਦਾ ਸੀ, ਉਹਨਾਂ ਦੀ ਨਜ਼ਰ ਸੀ ਅਤੇ ਉਹਨਾਂ ਨੇ ਇਸ 'ਤੇ ਭੈੜੇ ਸ਼ਾਸਨ ਪ੍ਰਬੰਧ ਦਾ ਦੋਸ਼ ਲਗਾ ਕੇ ਇਸ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਿਲ ਕਰਨ ਦੀ ਕੀਤੀ। ਇਹ ਉਹਨਾਂ ਦਾ ਲਾਲਚ ਸੀ ਕਿ ਅਵਧ ਜਲਦ ਤੋਂ ਜਲਦ ਉਹਨਾਂ ਨੂੰ ਮਿਲ ਜਾਏ ਔਰ ਅੰਗਰੇਜ਼ ਇਸ ਦੇ ਵਿੱਚ ਸਫਲ ਵੀ ਹੋਏ ਸਨ। ਇਸ ਤੋਂ ਅੱਗੇ ਅਸੀਂ ਜਾਣਾਂਗੇ ਸਮਾਜਿਕ ਅਤੇ ਧਾਰਮਿਕ ਕਾਰਨਾਂ ਬਾਰੇ। ਸੋ ਪਿਆਰੇ ਵਿਦਿਆਰਥੀਓ, ਸਮਾਜਿਕ ਅਤੇ ਧਾਰਮਿਕ ਕਾਰਨਾਂ ਦੇ ਵਿੱਚ ਸਮਾਜਿਕ ਅਤੇ ਧਾਰਮਿਕ ਰਸਮਾਂ ਵਿੱਚ ਦਖਲ ਅੰਦਾਜ਼ੀ। ਅੰਗਰੇਜ਼ ਭਾਰਤੀ ਲੋਕਾਂ ਦੀਆਂ ਰਸਮਾਂ ਰੀਤੀ ਰਿਵਾਜਾਂ ਵਿੱਚ ਦਖਲ ਅੰਦਾਜ਼ੀ ਕਿਵੇਂ ਕਰਦੇ ਸਨ? ਭਾਰਤੀ ਲੋਕਾਂ ਨਾਲ ਭੈੜਾ ਵਰਤਾਓ ਕਰਦੇ ਸਨ ਅਤੇ ਈਸਾਈ ਧਰਮ ਦਾ ਪ੍ਰਚਾਰ ਜ਼ਿਆਦਾ ਕਰਦੇ ਸਨ। ਸੋ ਅਸੀਂ ਇਹ ਸਭ ਕਾਰਨ ਜੋ ਕਿ ਸਮਾਜਿਕ ਅਤੇ ਧਾਰਮਿਕ ਹਨ, ਵਿਸਤਾਰ ਦੇ ਵਿੱਚ ਜਾਣਾਂਗੇ ਕਿ ਆਖਿਰ ਸਮਾਜ ਅਤੇ ਧਰਮ ਦੇ ਨਾਮ 'ਤੇ ਕਿਸ ਤਰੀਕੇ ਨਾਲ ਅੰਗਰੇਜ਼ ਭਾਰਤੀਆਂ 'ਤੇ ਜ਼ੁਲਮ ਕਰ ਰਹੇ ਸਨ। ਸਮਾਜਿਕ ਅਤੇ ਧਾਰਮਿਕ ਰਸਮਾਂ ਵਿੱਚ ਦਖਲ ਅੰਦਾਜ਼ੀ। ਸੋ ਸਭ ਤੋਂ ਪਹਿਲਾ ਕਾਰਨ ਜਿਹੜਾ ਅੰਗਰੇਜ਼ੀ ਗਵਰਨਰ ਜਨਰਲਾਂ ਲਾਰਡ ਵਿਲੀਅਮ ਬੈਂਟਿਕ ਅਤੇ ਡਲਹੌਜ਼ੀ ਨੇ ਭਾਰਤੀ ਸਮਾਜ ਵਿੱਚ ਸੁਧਾਰ ਵੀ ਕੀਤੇ। ਸਤੀ ਪ੍ਰਥਾ ਅਤੇ ਕੰਨਿਆ ਹੱਤਿਆ ਨੂੰ ਗੈਰ ਕਾਨੂੰਨੀ ਕੋਸ਼ਿਸ਼ ਕੀਤਾ। ਵਿਧਵਾ ਪੁਨਰ ਵਿਆਹ ਦੀ ਆਗਿਆ ਦਿੱਤੀ ਗਈ। ਜਾਤ ਪਾਤ ਛੂਆਛੂਤ ਦੀ ਮਨਾਹੀ ਕੀਤੀ ਗਈ। ਪਰ ਇਹਨਾਂ ਸੁਧਾਰਾਂ ਦਾ ਭਾਰਤੀ ਲੋਕਾਂ 'ਤੇ ਉਲਟ ਅਸਰ ਹੋਇਆ ਸੀ। ਲੋਕ ਇਸ ਨੂੰ ਆਪਣੇ ਧਰਮ ਵਿੱਚ ਦਖਲ ਅੰਦਾਜ਼ੀ ਸਮਝਣ ਲੱਗੇ ਸਨ, ਕਿਉਂਕਿ ਭਾਰਤ ਇੱਕ ਰੂੜੀਵਾਦੀ ਲੋਕਾਂ ਦਾ ਦੇਸ਼ ਹੈ। ਕੁਝ ਲੋਕ ਆਪਣੇ ਧਰਮ, ਆਪਣੇ ਸਮਾਜ ਅਤੇ ਸ਼ੁਰੂ ਤੋਂ ਚੱਲਦੇ ਆ ਰਹੇ ਰੀਤੀ ਰਿਵਾਜਾਂ ਵਿੱਚੋਂ ਨਹੀਂ ਨਿਕਲਣਾ ਚਾਹੁੰਦੇ। ਉਹ ਉਹਨਾਂ ਦੇ ਅਹਿਸਾਸਾਂ ਨਾਲ ਇਸ ਤਰੀਕੇ ਨਾਲ ਜੁੜੇ ਹੋਏ ਹਨ ਕਿ ਉਹਨਾਂ ਨੂੰ ਛੱਡਣਾ ਨਹੀਂ ਚਾਹੁੰਦੇ। ਹਾਲਾਂਕਿ ਇਹ ਸਭ ਕੰਮ ਜਿਹੜੇ ਵਿਲੀਅਮ ਬੈਂਟਿਕ ਅਤੇ ਲਾਰਡ ਡਲਹੌਜ਼ੀ ਨੇ ਕੀਤੇ, ਇਹ ਸੁਧਾਰ ਸਨ ਸਾਡੇ ਸਮਾਜ 'ਤੇ, ਇਹਨਾਂ ਦੀ ਲੋੜ ਵੀ ਸੀ। ਪਰ ਲੋਕਾਂ ਦੇ ਵਿੱਚ ਇਸ ਦੇ ਵਿਰੁੱਧ ਰੋਸ ਸੀ। ਉਹ ਸਮਝਦੇ ਸਨ ਕਿ ਉਹ ਸਾਡੀ
ਲਾਈਫ ਦੇ ਵਿੱਚ, ਸਾਡੀ ਜ਼ਿੰਦਗੀ ਦੇ ਵਿੱਚ, ਧਾਰਮਿਕ ਤੇ ਸਮਾਜਿਕ ਜ਼ਿੰਦਗੀ ਦੇ ਵਿੱਚ ਅੰਗਰੇਜ਼ ਦਖਲ ਅੰਦਾਜ਼ੀ ਕਰ ਰਹੇ ਹਨ। ਈਸਾਈ ਧਰਮ ਦਾ ਪ੍ਰਚਾਰ। ਭਾਰਤ ਦੇ ਵਿੱਚ ਈਸਾਈ ਧਰਮ ਦਾ ਪ੍ਰਚਾਰ ਸ਼ੁਰੂ ਹੋ ਚੁੱਕਾ ਸੀ। ਇਸ ਸਮੇਂ ਕਾਫੀ ਗਿਣਤੀ ਵਿੱਚ ਈਸਾਈ ਭਾਰਤ ਵਿੱਚ ਆਏ। ਅੰਗਰੇਜ਼ ਲਾਲਚ ਦੇ ਕੇ ਈਸਾਈ ਧਰਮ ਅਪਣਾਉਣ ਲਈ ਕਹਿੰਦੇ ਸਨ। ਉਹ ਹਿੰਦੂ ਅਤੇ ਇਸਲਾਮ ਧਰਮ ਦਾ ਅਪਮਾਨ ਵੀ ਕਰਦੇ ਸਨ। ਸੋ ਇਹ ਲੋਕਾਂ ਨੂੰ ਬਹੁਤ ਹੀ ਔਖਾ ਲੱਗਦਾ ਸੀ ਆਪਣਾ ਧਰਮ ਛੱਡ ਕੇ ਦੂਸਰਾ ਧਰਮ ਅਪਣਾਉਣਾ ਔਰ ਆਪਣੇ ਧਰਮ ਦੇ ਖਿਲਾਫ ਅਪਮਾਨ ਸਹਿਣਾ, ਜੋ ਕਿ ਅੰਗਰੇਜ਼ ਹਿੰਦੂ ਇਸਲਾਮ ਧਰਮ ਲਈ ਅਪਮਾਨਿਤ ਸ਼ਬਦ ਯੂਜ਼ ਕਰਦੇ ਸਨ ਜਾਂ ਬਹੁਤ ਹੀ ਬੁਰਾ ਵਤੀਰਾ ਕਰਦੇ ਸਨ। ਇਸ ਕਾਰਨ ਭਾਰਤੀ ਲੋਕ ਬਹੁਤ ਜ਼ਿਆਦਾ ਅੰਗਰੇਜ਼ਾਂ ਦੇ ਵਿਰੁੱਧ ਹੋ ਗਏ ਅਤੇ ਵਿਦਰੋਹ ਵਿੱਚ ਸ਼ਾਮਿਲ ਹੋ ਗਏ। ਅੱਗੇ ਅਸੀਂ ਜਾਣਾਂਗੇ ਭਾਰਤੀ ਲੋਕਾਂ ਨਾਲ ਭੈੜਾ ਵਰਤਾਓ। ਅੰਗਰੇਜ਼ਾਂ ਨੇ ਭਾਰਤੀ ਲੋਕਾਂ 'ਤੇ ਕਈ ਪਾਬੰਦੀਆਂ ਲਗਾਈਆਂ ਹੋਈਆਂ ਸਨ, ਜਿਵੇਂ ਹੋਟਲਾਂ, ਸਿਨੇਮਾ ਘਰਾਂ ਅਤੇ ਜਨਤਕ ਥਾਵਾਂ ਵਿੱਚ ਭਾਰਤੀਆਂ ਨਾਲ ਭੇਦਭਾਵ ਕੀਤਾ ਜਾਂਦਾ ਸੀ। ਇਸ ਕਰਕੇ ਭਾਰਤੀਆਂ ਨੇ ਅੰਗਰੇਜ਼ਾਂ ਵਿਦਰੋਹ ਵਿੱਚ ਸ਼ਾਮਿਲ ਹੋਣਾ ਚਾਹਿਆ, ਅੰਗਰੇਜ਼ਾਂ ਵਿਰੁੱਧ ਵਿਦਰੋਹ ਵਿੱਚ ਸ਼ਾਮਿਲ ਹੋਣਾ ਚਾਹਿਆ, ਕਿਉਂਕਿ ਉਹਨਾਂ ਨੂੰ ਇਹ ਇੱਕ ਬਹੁਤ ਹੀ ਅਜੀਬ ਵਿਵਹਾਰ ਲੱਗਦਾ ਸੀ ਕਿ ਉਹਨਾਂ ਨਾਲ ਭੇਦਭਾਵ ਕੀਤਾ ਜਾਂਦਾ ਸੀ। ਜਨਤਕ ਜਗ੍ਹਾਵਾਂ 'ਤੇ, ਹੋਟਲਾਂ 'ਤੇ, ਸਿਨੇਮਾ ਘਰਾਂ 'ਤੇ ਅੰਗਰੇਜ਼ ਆਪਣੇ ਲੋਕਾਂ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਸਨ ਅਤੇ ਭਾਰਤੀਆਂ ਨੂੰ ਨੀਵਾਂ ਸਮਝਿਆ ਜਾਂਦਾ ਸੀ। ਇਸ ਤੋਂ ਅੱਗੇ ਅਸੀਂ ਗੱਲ ਕਰਾਂਗੇ ਰਾਜਨੀਤਿਕ, ਸਮਾਜਿਕ, ਸੈਨਿਕ, ਧਾਰਮਿਕ, ਆਰਥਿਕ। ਇਹ ਸਾਰੇ ਹੀ ਕਾਰਨ 1857 ਈਸਵੀ ਦੇ ਵਿਦਰੋਹ ਨੂੰ ਉਤਸ਼ਾਹਿਤ ਕਰਨ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਭਾਰਤੀ ਲੋਕ ਬਹੁਤ ਹੀ ਪਰੇਸ਼ਾਨ ਅਤੇ ਤੰਗ ਹੋ ਕੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਰਨ ਦਾ ਫੈਸਲਾ ਕਰਦੇ ਹਨ। ਜਦੋਂ ਕਿਸੇ ਜ਼ੁਲਮ ਦੀ ਅੱਤ ਹੋ ਜਾਂਦੀ ਹੈ ਤਾਂ ਉਦੋਂ ਹੀ ਵਿਦਰੋਹ ਜਨਮ ਲੈਂਦਾ ਹੈ। ਸੋ ਪਿਆਰੇ ਵਿਦਿਆਰਥੀਓ, ਆਪ ਜੀ ਨੂੰ ਇਸ ਪਾਠ ਸੰਬੰਧੀ ਜੋ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ, ਉਸ ਨੂੰ ਆਪਣੀਆਂ ਕਾਪੀਆਂ 'ਤੇ ਜ਼ਰੂਰ ਨੋਟ ਕਰਨਾ। ਪਿਆਰੇ ਵਿਦਿਆਰਥੀਓ, ਅਸੀਂ ਇਸ ਭਾਗ ਵਿੱਚ 1857 ਈਸਵੀ ਦੇ ਵਿਦਰੋਹ ਦੇ ਕੁਝ ਕਾਰਨਾਂ ਬਾਰੇ ਪੜ੍ਹਿਆ ਹੈ। ਇਸ ਤੋਂ ਬਾਅਦ ਅੱਗੇ ਅਸੀਂ ਪੜ੍ਹੇ ਹੋਏ ਪਾਠ ਦੇ ਵਿੱਚੋਂ ਕੁਝ ਪ੍ਰਸ਼ਨ ਉੱਤਰ ਕਰਾਂਗੇ। ਸੋ ਤੁਸੀਂ ਧਿਆਨ ਦੇਵੋ, ਬੀ ਅਟੈਂਟਿਵ। ਪਹਿਲਾ ਪ੍ਰਸ਼ਨ ਹੈ, ਕੁਝ ਇਤਿਹਾਸਕਾਰਾਂ ਨੇ ਇਸ ਵਿਦਰੋਹ ਨੂੰ ਕੀ ਕਿਹਾ ਹੈ? ਇਸ ਵਿਦਰੋਹ ਨੂੰ ਕੀ ਕਹਿੰਦੇ ਹਨ? ਹਾਂਜੀ, ਅਸੀਂ ਸ਼ੁਰੂ ਵਿੱਚ ਹੀ ਗੱਲ ਕੀਤੀ ਸੀ, ਕੁਝ ਇਤਿਹਾਸਕਾਰ ਇਸ ਨੂੰ ਸੈਨਿਕ ਵਿਦਰੋਹ ਕਹਿੰਦੇ ਹਨ ਅਤੇ ਕੁਝ ਸੁਤੰਤਰਤਾ ਦੀ ਪਹਿਲੀ ਲੜਾਈ, ਕਿਉਂਕਿ ਸੈਨਿਕਾਂ ਦਾ ਬਹੁਤ ਵੱਡਾ ਰੋਲ ਸੀ, ਯੋਗਦਾਨ ਸੀ ਤੇ ਪਹਿਲੀ ਵਾਰ ਭਾਰਤੀ ਅੰਗਰੇਜ਼ਾਂ ਦੇ ਵਿਰੁੱਧ ਖੜੇ ਹੋਏ ਸਨ। ਇਸ ਲਈ ਇਸ ਨੂੰ ਸੁਤੰਤਰਤਾ ਦੀ ਪਹਿਲੀ ਲੜਾਈ ਵੀ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ, 1857 ਈਸਵੀ ਦੇ ਵਿਦਰੋਹ ਦੇ ਕੀ ਕਾਰਨ ਸਨ? ਹਾਂਜੀ, ਇਹ ਉੱਤਰ ਤਾਂ ਤੁਹਾਨੂੰ ਹੁਣ ਰੱਟ ਹੀ ਗਿਆ ਹੋਵੇਗਾ।
ਰਾਜਨੀਤਿਕ, ਸਮਾਜਿਕ, ਆਰਥਿਕ, ਧਾਰਮਿਕ ਅਤੇ ਸੈਨਿਕ ਕਾਰਨ ਸਨ। ਸੋ ਬਹੁਤ ਸਾਰੇ ਕਾਰਨਾਂ ਕਰਕੇ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਇਸ ਵਿਦਰੋਹ ਨੇ ਜਨਮ ਲਿਆ। ਅਗਲਾ ਪ੍ਰਸ਼ਨ, ਨਾਨਾ ਸਾਹਿਬ ਦੀ ਪੈਨਸ਼ਨ ਕਿਸ ਨੇ ਬੰਦ ਕੀਤੀ? ਹਾਂਜੀ, ਤੁਹਾਨੂੰ ਯਾਦ ਆ ਗਿਆ ਹੋਣਾ ਹੈ ਅਤੇ ਤੁਹਾਡਾ ਉੱਤਰ ਬਿਲਕੁਲ ਠੀਕ ਹੈ। ਲਾਰਡ ਡਲਹੌਜ਼ੀ। ਲਾਰਡ ਡਲਹੌਜ਼ੀ ਨੇ ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰ ਦਿੱਤੀ ਸੀ। ਅਗਲਾ ਪ੍ਰਸ਼ਨ ਹੈ, ਲੈਪਸ ਦੀ ਨੀਤੀ ਕਿਸ ਨੇ ਅਪਣਾਈ? ਹਾਂਜੀ, ਆ ਗਿਆ ਯਾਦ ਬੇਟਾ? ਤੁਸੀਂ ਜਾਣਦੇ ਹੀ ਹੋ ਲੈਪਸ ਦੀ ਨੀਤੀ ਬਾਰੇ, ਤੇ ਇਹ ਕਿਸ ਨੇ ਅਪਣਾਈ? ਲਾਰਡ ਡਲਹੌਜ਼ੀ ਨੇ। ਤੁਹਾਡਾ ਜਵਾਬ ਬਿਲਕੁਲ ਸਹੀ ਹੈ। ਲਾਰਡ ਡਲਹੌਜ਼ੀ ਨੇ ਲੈਪਸ ਦੀ ਨੀਤੀ ਅਪਣਾਈ ਸੀ। ਅਗਲਾ ਪ੍ਰਸ਼ਨ, ਸੈਨਿਕ ਵਿਦਰੋਹ ਕੀ ਸੀ? ਹਾਂਜੀ, ਜਦੋਂ ਸੈਨਿਕ ਅਫਸਰਾਂ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੰਦੇ ਸਨ ਤਾਂ ਇਸ ਨੂੰ ਸੈਨਿਕ ਵਿਦਰੋਹ ਕਿਹਾ ਜਾਂਦਾ ਸੀ। ਇਹ ਇੱਕ ਬਹੁਤ ਹੀ ਵੱਡੀ ਗੱਲ ਹੁੰਦੀ ਹੈ ਕਿ ਸੈਨਿਕ ਆਪਣੇ ਅਫਸਰਾਂ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦੇਣ, ਔਰ ਇਸ ਤਰੀਕੇ ਨਾਲ 1857 ਈਸਵੀ ਵਿੱਚ ਸੈਨਿਕਾਂ ਨੇ ਆਪਣੇ ਅਫਸਰਾਂ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ, ਨਾ ਕਰ ਦਿੱਤੀ, ਜਿਸ ਕਾਰਨ ਇਹ ਵਿਦਰੋਹ ਹੋਇਆ। ਸੋ ਵਿਦਿਆਰਥੀਓ, ਇਹ ਵਿਦਰੋਹ ਬਹੁਤ ਹੀ ਮਹੱਤਵਪੂਰਨ ਵਿਦਰੋਹ ਸੀ। ਇਸ ਨਾਲ ਪਹਿਲੀ ਵਾਰ ਸੀ ਕਿ ਭਾਰਤੀ ਲੋਕ ਇਕੱਠੇ ਹੋ ਕੇ ਸਾਹਮਣੇ ਆਏ ਸਨ। ਪਹਿਲੀ ਵਾਰ ਭਾਰਤੀ ਲੋਕਾਂ ਵਿੱਚ ਇੱਕ ਕੌਨਫੀਡੈਂਸ, ਇੱਕ ਵਿਸ਼ਵਾਸ ਪੈਦਾ ਹੋਇਆ ਸੀ ਕਿ ਉਹ ਵੀ ਜ਼ੁਲਮ ਖਿਲਾਫ ਲੜ ਸਕਦੇ ਹਨ, ਆਪਣੀ ਆਵਾਜ਼ ਉਠਾ ਸਕਦੇ ਹਨ। ਪਿਆਰੇ ਵਿਦਿਆਰਥੀਓ, ਜ਼ੁਲਮ ਕਰਨਾ ਹੀ ਨਹੀਂ, ਜ਼ੁਲਮ ਸਹਿਣਾ ਵੀ ਕਈ ਵਾਰ ਗਲਤ ਹੁੰਦਾ ਹੈ। ਸੋ ਤੁਸੀਂ ਇਸ ਭਾਗ ਦੇ ਵਿੱਚ ਜਿੰਨੀ ਵੀ ਜਾਣਕਾਰੀ ਹਾਸਲ ਕੀਤੀ 1857 ਈਸਵੀ ਦੇ ਵਿਦਰੋਹ ਬਾਰੇ, ਇਹ ਪ੍ਰਸ਼ਨ ਅਤੇ ਜੋ ਜਾਣਕਾਰੀ ਉਸਦੇ ਕਾਰਨ, ਉਸਦੇ ਦੋ ਨਾਮ, ਸੈਨਿਕ ਵਿਦਰੋਹ, ਸੁਤੰਤਰਤਾ ਦੀ ਪਹਿਲੀ ਲੜਾਈ, ਇਹ ਸਭ ਆਪਣੀ ਕਾਪੀਜ਼ 'ਤੇ ਜ਼ਰੂਰ ਨੋਟ ਕਰ ਲੈਣਾ। ਅਗਲੇ ਭਾਗ ਦੇ ਵਿੱਚ ਅਸੀਂ ਵਿਸਥਾਰ ਵਿੱਚ 1857 ਈਸਵੀ ਦੇ ਵਿਦਰੋਹ ਬਾਰੇ ਹੋਰ ਜਾਣਕਾਰੀ ਹਾਸਿਲ ਕਰਾਂਗੇ। ਇਹ ਵਿਦਰੋਹ ਇੱਕ ਯੁੱਗ ਪਲਟਾਊ ਘਟਨਾ ਵਜੋਂ ਸਾਹਮਣੇ ਆਇਆ ਅਤੇ ਇਸ ਨੇ ਸਾਡੇ ਇਤਿਹਾਸ ਵਿੱਚ ਇੱਕ ਅਜਿਹਾ ਮੋੜ ਲਿਆਂਦਾ ਕਿ ਭਾਰਤੀ ਲੋਕ ਅਤੇ ਅੰਗਰੇਜ਼ ਭਾਰਤੀ ਹਾਲਾਤਾਂ ਬਾਰੇ ਹੋਰ ਜ਼ਿਆਦਾ ਜਾਗਰੂਕ ਹੋ ਗਏ ਅਤੇ ਹੋਰ ਜ਼ਿਆਦਾ ਉਤਸ਼ਾਹਿਤ ਹੋ ਗਏ, ਬਹੁਤ ਜ਼ਿਆਦਾ ਉਤਸ਼ਾਹਿਤ ਹੋ ਗਏ। ਰਾਜਨੀਤਿਕ, ਸਮਾਜਿਕ, ਸੈਨਿਕ, ਧਾਰਮਿਕ, ਆਰਥਿਕ ਕਾਰਨਾਂ ਕਰਕੇ ਇਸ ਵਿਦਰੋਹ ਦਾ ਬਹੁਤ ਜ਼ਿਆਦਾ ਮਹੱਤਵਪੂਰਨ ਹੋ ਜਾਣਾ ਬਣ ਗਿਆ ਅਤੇ ਬਹੁਤ ਮਹੱਤਤਾ ਰੱਖਦਾ ਹੋਇਆ ਇਹ ਸਾਡੇ ਇਤਿਹਾਸ ਦਾ ਇੱਕ ਯੁੱਗ ਪਲਟਾਊ ਘਟਨਾ ਬਣ ਗਿਆ
ਅਗਲਾ ਪਾਠ ਲੈ ਕੇ ਫਿਰ ਹਾਜ਼ਰ ਹੋਵਾਂਗੇ। ਆਪ ਸਭ ਦਾ ਬਹੁਤ ਬਹੁਤ ਧੰਨਵਾਦ।